जी ਆਪਾਂ ਅੱਜ ਕਰਨਾ ਮੋਸ਼ਨ ਆਫ ਅ ਰਿਜਿਡ ਬੋਡੀ ਐਂਡ ਮੂਵਮੈਂਟ ਆਫ ਇਨਰਸ਼ੀਆ ਵੀ ਮੋਸ਼ਨ ਕਿੱਦਾਂ ਦਾ ਹੁੰਦਾ, ਮੂਵਮੈਂਟ ਆਫ ਇਨਰਸ਼ੀਆ ਨਾਲ ਕਿੱਦਾਂ ਰਿਲੇਟ ਕਰਦਾ ਵਾ, ਹੈ ਨਾ। ਇਹਦੇ ਲਈ ਆਪਾਂ ਕੰਸੀਡਰ ਕਰਦੇ ਇੱਕ ਰਿਜਿਡ ਬੋਡੀ। ਕੰਸੀਡਰ a rigid body consisting of n particles, ਕਿਹੜੇ particles ਜਿਨ੍ਹਾਂ ਦੇ ਮਾਸ ਹੈ of a mass m1 m2 m3 up to soon mn, situated at distance r1 r2 up to soon rn respectively, ठीक है, from axis of rotation। ਹੁਣ ਇਹਦੇ ਵਿੱਚ ਦੇਖੋ ਆਪਣੇ ਪਾਸ ਇਹ ਚੀਜ਼ ਹੈਗੀ ਆ ਚੀਜ਼ ਹੈ ਤੇ ਇੱਥੇ ਰਿਜਿਡ ਬੋਡੀ ਹੈ, ਇਹਦਾ ਲਟ ਪਾਰਟੀਕਲ ਆਪਣੇ ਕੋਲ ਇੱਥੇ m1 ਪਿਆ ਵਾ, m2 ਪਿਆ ਵਾ, m3 ਪਿਆ ਵਾ ਤੇ ਇਹਨਾਂ ਇਹਦੇ ਤੋਂ ਪਰਪੈਂਡੀਕੂਲਰ ਡਿਸਟੈਂਸ ਲੈਣਾ। ਉਹ ਲੈਟਸ ਸੇ ਆਪਣੇ ਕੋਲ r1 r2 r3 ਹੈਗਾ, ਹੈ ਨਾ, ਇਹ ਚੀਜ਼ ਹੈਗੀ ਹੈ। ਤਾਂ ਹੁਣ ਆਪਣੇ ਪਾਸ ਪਹਿਲਾਂ ਅਸੀਂ ਕੀ ਕੱਢਣਾ ਹੈਗਾ ਇਹਦਾ ਐਂਗੂਲਰ ਮੋਮੈਂਟਮ। ਐਂਗੂਲਰ ਮੋਮੈਂਟਮ ਅਸੀਂ ਕਿਵੇਂ ਕੱਢ ਸਕਦੇ ਹਾਂ, ਠੀਕ ਹੈ। ਐਂਗੂਲਰ ਮੋਮੈਂਟਮ ਨੇ ਕਿਹਾ ਪਹਿਲਾਂ ਆਪਾਂ ਲੀਨੀਅਰ ਵੈਲੋਸਿਟੀ ਦੇਖੋ, ਲੀਨੀਅਰ ਵੈਲੋਸਿਟੀ ਦੀ ਕੀ ਹੋਊਗੀ, ਕਿਸੇ ਪਾਰਟੀਕਲ ਦੇ ਲੀਨੀਅਰ ਵੈਲੋਸਿਟੀ ਕਾਹਦੇ ਬਰਾਬਰ ਹੁੰਦੀ ਆ, ਆਰ ਓਮੇਗਾ ਦੀ। ਜੇ ਆਪਾਂ ਐਂਗੂਲਰ ਵੈਲੋਸਿਟੀ ਦੀ ਰਿਲੇਸ਼ਨ ਲਿਖਣਾ ਆਪਾਂ ਨੂੰ ਪਤਾ ਨਾ v = ਆਰ ਓਮੇਗਾ ਹੁੰਦਾ ਵਾ। ith ਪਾਰਟੀਕਲ ਲਈ ਦੇਖੋ, ਫਸਟ ਪਾਰਟੀਕਲ ਲਈ v1 ਹੋਊਗੀ r1w, ਹੈ ਨਾ। ਦੂਜੇ ਪਾਰਟੀਕਲ ਲਈ ਕੀ ਹੋਊਗੀ r2w। ਓਮੇਗਾ ਤਾਂ ਕਿਸੇ ਇੱਕ ਬੋਡੀ ਦਾ ਤਾਂ ਸੇਮ ਹੀ ਰਹੂਗਾ ਨਾ, ਓਮੇਗਾ ਮਤਲਬ ਐਂਗੂਲਰ ਵੈਲੋਸਿਟੀ ਤਾਂ ਸੇਮ ਹੀ ਰਹੂਗੀ ਕਿਸੇ ਪਾਰਟੀਕਲ ਦੀ ਬੋਡੀ ਦੀ। ਤਾਂ ਆਪਣੇ ਪਾਸ ਇੱਦਾਂ, ਹੈ ਨਾ, ਅਪ ਟੂ ਸੋਨ vn rn ਓਮੇਗਾ। ਮਤਲਬ ਜਨਰਲਾਈਜੇਸ਼ਨ ਵਿੱਚ ਆਪਾਂ ਕਿਵੇਂ ਲਿਖ ਸਕਦੇ ਹਾਂ ਵੀ vi = ri ਓਮੇਗਾ, ਇਹ ਚੀਜ਼ ਲਿਖ ਸਕਦੇ ਹਾਂ। ਓਕੇ, ਹੁਣ ਲੀਨੀਅਰ ਮੋਮੈਂਟਮ ਕਿਵੇਂ ਲਿਖ ਸਕਦੇ ਹਾਂ, ਲੀਨੀਅਰ ਮੋਮੈਂਟਮ ਨੂੰ ਕਿਵੇਂ ਲਿਖਿਆ ਜਾਂਦਾ ਵਾ, p ਦੇ ਨਾਲ, pi = mi vi। ਤਾਂ vi ਦੀ ਵੈਲਿਊ ਪੁੱਟ ਕਰ ਦਾਂਗੇ mi ri ਓਮੇਗਾ, p ਦੀ ਵੈਲਿਊ ਇਹ ਹੈ ਕਿ pi ਦੀ ਵੈਲਿਊ। ਹੁਣ ਇਸ ਤੋਂ ਆਪਾਂ ਐਂਗੂਲਰ ਮੋਮੈਂਟਮ ਕੱਢਾਂਗੇ। ਲੀਨੀਅਰ ਮੋਮੈਂਟਮ ਤੋਂ ਐਂਗੂਲਰ ਮੋਮੈਂਟਮ ਕਿਵੇਂ ਕੱਢਦੇ ਸੀ ਆਪਾਂ, l = pi ri, ਇਹੀ ਚੀਜ਼ ਹੈ ਨਾ, ਪੀ ਆਰ ਦੇ ਨਾਲ ਕੱਢਦੇ ਸੀ। ਪੀ ਆਪਣੇ ਕੋਲ ਵੈਲਿਊ mi ri ਓਮੇਗਾ ਮਲਟੀਪਲਾਈ ri। ਤਾਂ ਮੇਰੇ ਕੋਲ ਕੀ ਹੈਗਾ mi ri ਦੀ ਸਕੁਏਅਰ ਓਮੇਗਾ, ਇਹ ਚੀਜ਼ ਆ ਗਈ। ਓਕੇ, ਤਾਂ ਹੁਣ ਟੋਟਲ ਐਂਗੂਲਰ ਮੋਮੈਂਟਮ ਸਾਰਿਆਂ ਦਾ ਐਡੀਸ਼ਨ ਕਰਾਂਗੇ, ਜਿੰਨੇ ਵੀ ਐਂਗੂਲਰ ਮੋਮੈਂਟਮ ਹੈਗੇ ਨੇ n ਪਾਰਟੀਕਲਸ ਤੱਕ, ਹੈ ਨਾ, ਸਾਰਿਆਂ ਦਾ ਐਡੀਸ਼ਨ ਕਰਾਂਗੇ। ਐਡੀਸ਼ਨ ਕਰਨ ਦੇ ਮੇਰੇ ਕੋਲ ਜੋ ਵੈਲਿਊ ਆਊਗੀ ਉਹ ਕੀ ਆਊਗੀ, ਪੂਰੀ ਐਲ ਦੀ ਸਾਰੀ ਬੋਡੀ ਦਾ ਐਂਗੂਲਰ ਮੋਮੈਂਟਮ। ਤਾਂ ਐਲ ਆਈ ਦੀ ਵੈਲਿਊ ਪੁੱਟ ਕਰਾਂਗੇ, ਐਲ ਆਈ ਦੀ ਵੈਲਿਊ ਕੀ mi ri to ਓਮੇਗਾ। ਤਾਂ ਇਹਦੇ ਵਿੱਚ ਕੀ ਆਊਗਾ ਦੇਖੋ i = 1 n mi ri ਜਿਹੜਾ ਹੈਗਾ ਵਾ ਦੀ ਸਕੁਏਅਰ ਓਮੇਗਾ। ਹੁਣ ਜੋ ਆਹ ਚੀਜ਼ ਵੈਲਿਊ ਹੈਗੀ ਇਹ ਆਈ ਦੇ ਬਰਾਬਰ ਹੁੰਦੀ ਆਪਾਂ ਨੂੰ ਪਤਾ ਵਾ, ਪਹਿਲਾਂ ਪੜ੍ਹਿਆ ਵਾ, ਆਈ ਦੇ ਬਰਾਬਰ ਹੁੰਦੀ ਆ ਆਈ ਓਮੇਗਾ, ਅਤੇ ਐਲ = ਆਈ ਓਮੇਗਾ ਆ ਗਿਆ। ਹੁਣ ਦੇਖੋ ਲੀਨੀਅਰ ਦੇ ਵਿੱਚ ਕੀ ਸੀਗਾ, p = mv ਸੀਗਾ। ਹੁਣ ਇਹ ਦੇਖੋ p ਦੀ ਥਾਂ 'ਤੇ ਕੀ ਹੈਗਾ l, p ਕੀ ਹੈ ਲੀਨੀਅਰ ਮੋਮੈਂਟਮ, l ਕੀ ਹੈ ਇੱਥੇ ਐਂਗੂਲਰ ਮੋਮੈਂਟਮ, m ਇੱਥੇ ਮਾਸ ਹੈ, i ਕੀ ਇੱਥੇ ਮੂਵਮੈਂਟ ਆਫ ਇਨਰਸ਼ੀਆ ਹੈ, v ਇੱਥੇ ਵੈਲੋਸਿਟੀ ਹੈ, w ਜਿਹੜੀ ਓਮੇਗਾ ਹੈਗਾ ਹੈ ਇਹ ਐਂਗੂਲਰ ਵੈਲੋਸਿਟੀ ਹੈ, ਐਂਗੂਲਰ ਵੈਲੋਸਿਟੀ। i ਇੱਥੇ ਕੀ ਆ ਮੂਵਮੈਂਟ ਆਫ ਇਨਰਸ਼ੀਆ, l ਆਪਣੇ ਪਾਸ ਕੀ ਆ ਐਂਗੂਲਰ ਮੋਮੈਂਟਮ, ਠੀਕ ਹੈ। ਤਾਂ ਇਹਦੇ ਵਿੱਚ ਇਹ ਚੀਜ਼ ਆ ਗਈ, ਮਤਲਬ ਕਿ l = iw ਆ ਗਿਆ। ਅਗਰ ਅਸੀਂ iw ਨਹੀਂ ਓਮੇਗਾ, ਓਮੇਗਾ ਅਗਰ ਮੈਂ 1 ਪੁੱਟ ਕਰਦੀ ਹਾਂ, ਇਫ ਓਮੇਗਾ = 1 ਦੈਨ l = i, l i ਦੇ ਬਰਾਬਰ ਆ ਜਾਊ। ਹੁਣ ਜੀ l i ਦੇ ਬਰਾਬਰ ਆ ਗਿਆ ਤਾਂ ਫਿਰ ਮੂਵਮੈਂਟ ਆਫ ਇਨਰਸ਼ੀਆ ਅਸੀਂ ਕਿਵੇਂ ਡਿਫਾਈਨ ਕਰ ਸਕਦੇ ਹਾਂ, ਮੂਵਮੈਂਟ ਆਫ inertia is defined as the angular momentum of rigid body
एंगुलर मोमेंटम of rigid body when rotating with angular unit angular velocity about its axis। ये चीज़ आ गई। ਤਾਂ ਉਸ ਤੋਂ ਬਾਅਦ ਸਿੱਧਾ ਆਪਾਂ ਦੂਜੇ ਤੇ ਕਰਨਾ ਆਪਾਂ ਕਨੈਟਿੰਗ ਐਨਰਜੀ। ਹੁਣ ਇਹਦੀ ਕਨੈਟਿੰਗ ਐਨਰਜੀ ਕਿਵੇਂ ਕੱਢਾਂਗੇ? ਆਪਾਂ ਨੂੰ ਪਤਾ ਕਨੈਟਿੰਗ ਐਨਰਜੀ ਕਿਸੇ ਵੀ ਪਾਰਟੀਕਲ ਦੀ ਕੀ ਹੁੰਦੀ ਹੈ, K1 ਇਜ਼ ਇਕਵਲ ਟੂ ਹਾਫ m1 v1 ਸਕੇਅਰ, K2 ਇਜ਼ ਇਕਵਲ ਟੂ ਹਾਫ m2 v2 ਸਕੇਅਰ। ਉਸੇ ਤਰ੍ਹਾਂ ith ਪਾਰਟੀਕਲ ਦੀ ਕੀ ਹੋਊਗੀ, Ki ਇਜ਼ ਇਕਵਲ ਟੂ ਹਾਫ mi vi ਦੀ ਸਕੇਅਰ। ਇਹ ਚੀਜ਼ ਹੈ। ਹੁਣ ਆਪਾਂ ਨੂੰ ਪਤਾ vi ਦੀ ਵੈਲਿਊ ਕੀ ਹੁੰਦੀ ਹੈ, ri ਓਮੇਗਾ ਹੁੰਦੀ ਹੈ। ਤਾਂ ਇਹਦੇ 'ਚ ਪੁੱਟ ਕਰਾਂਗੇ Ki ਇਜ਼ ਇਕਵਲ ਟੂ ਹਾਫ mi vi ਦੀ ਵੈਲਿਊ ri ਓਮੇਗਾ ਦੀ ਸਕੇਅਰ। ਤਾਂ ਮੇਰੇ ਕੋਲ ਕੀ ਹੈ, ਹਾਫ mi ri ਦੀ ਸਕੇਅਰ ਓਮੇਗਾ ਸਕੇਅਰ। ਇਹ ਚੀਜ਼ ਆ ਗਈ। ਹੁਣ ਦੇਖੋ ਟੋਟਲ ਕਨੈਟਿੰਗ ਐਨਰਜੀ ਕਾਹਦੇ ਬਰਾਬਰ ਹੋਊਗੀ, ਸਮੀਸ਼ਨ i ਇਜ਼ ਇਕਵਲ ਟੂ 1, ਸਾਰੀਆਂ ਕਨੈਟਿੰਗ ਐਨਰਜੀ ਦਾ ਸਮ ਹੋਊਗੀ, ਸਾਰੀਆਂ ਕਨੈਟਿੰਗ ਐਨਰਜੀ ਦਾ ਸਮ ਹੋਊਗੀ। i ਇਜ਼ ਇਕਵਲ ਟੂ 1n ਹਾਫ mi ri ਦੀ ਸਕੇਅਰ ਓਮੇਗਾ ਸਕੇਅਰ। ਤਾਂ ਮੇਰੇ ਕੋਲ ਹਾਫ ਮੈਂ ਬਾਹਰ ਕੱਢ ਲਿਆ, ਓਮੇਗਾ i ਇਕਵਲ ਟੂ 1n mi ri ਦੀ ਸਕੇਅਰ ਓਮੇਗਾ ਮੈਂ ਬਾਹਰ ਲੈ ਲਿਆ। ਇਹਦੀ ਵੈਲਿਊ ਆਈ ਆਪਾਂ ਨੂੰ ਪਤਾ, ਹਾਫ i ਓਮੇਗਾ ਸਕੇਅਰ। ਕਨੈਟਿੰਗ ਐਨਰਜੀ ਮੇਰੇ ਕੋਲ ਕਾਹਦੇ ਬਰਾਬਰ ਆ ਗਈ, ਹਾਫ ਓਮੇਗਾ ਸਕੇਅਰ ਦੇ। ਅਤੇ ਇਫ ਜੇ ਮੈਂ ਓਮੇਗਾ ਨੂੰ 1 ਲੈਂਦੀ ਹਾਂ ਤਾਂ ਮੇਰੇ ਕੋਲ ਕਨੈਟਿੰਗ ਐਨਰਜੀ ਕਾਹਦੇ ਬਰਾਬਰ ਬਣਦੀ ਹੈ, ਹਾਫ i ਦੀ, ਮਤਲਬ ਕਿ ਜਿਹੜਾ ਮੂਵਮੈਂਟ ਆਫ ਇਨਰਸ਼ੀਆ ਡਬਲ ਆਫ ਦਾ ਕਨੈਟਿੰਗ ਐਨਰਜੀ ਬਣ ਜਾਂਦਾ। ਠੀਕ ਹੈ, ਇਹ ਚੀਜ਼ ਆ ਗਈ। ਹੁਣ ਤੀਸਰਾ, ਅਗਰ ਅਸੀਂ ਟਾਰਕ ਡਿਫਾਈਨ ਕਰਦੇ ਹਾਂ ਇਹਦਾ, ਟਾਰਕ ਡਿਫਾਈਨ ਕਰਦੇ ਹਾਂ। ਅੱਛਾ ਕਨੈਟਿੰਗ ਐਨਰਜੀ ਦੇਖੋ, ਕਨੈਟਿੰਗ ਐਨਰਜੀ ਹੁੰਦੀ ਹੈ ਨਾ ਹਾਫ mv ਸਕੇਅਰ ਹੁੰਦੀ ਹੈ। ਜਿੱਥੇ ਤੇ ਹਾਫ ਤਾਂ ਹਾਫ ਹੀ ਰਹਿ ਗਿਆ, ਜਿੱਥੇ ਤੇ ਮਾਸ ਸੀ ਉੱਥੇ ਮੂਵਮੈਂਟ ਆਫ ਇਨਰਸ਼ੀਆ ਆ ਗਿਆ, ਅਤੇ ਜਿੱਥੇ v ਸੀ ਇੱਥੇ ਵੈਲੋਸਿਟੀ ਲੀਨੀਅਰ, ਇੱਥੇ ਐਂਗੂਲਰ ਵੈਲੋਸਿਟੀ ਆ ਗਈ। ਠੀਕ ਹੈ, ਅੱਗੇ ਟਾਰਕ ਦੇ ਵਿੱਚ ਕੀ ਹੁੰਦਾ, ਟਾਰਕ ਦੇ ਲਈ ਆਪਾਂ ਨੂੰ ਪਤਾ ਹੋਣਾ ਚਾਹੀਦਾ, ਫੋਰਸ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਅੱਛਾ ਦੇਖੋ ਪਹਿਲਾਂ ਆਪਣੇ ਕੀ ਆ, ਐਸਲਰੇਸ਼ਨ ਕੱਢਦੇ ਹਾਂ ਆਪਾਂ ਪਹਿਲਾਂ। ਆਪਾਂ ਨੂੰ ਪਤਾ ਲੀਨੀਅਰ ਐਸਲਰੇਸ਼ਨ ਕਾਹਦੇ ਬਰਾਬਰ ਹੁੰਦੀ ਹੈ, ri ਐਲਫਾ ਦੇ ਬਰਾਬਰ ਹੁੰਦੀ ਹੈ, ਮਤਲਬ ਕਿ a ਇਜ਼ ਇਕਵਲ ਟੂ r ਐਲਫਾ ਦਾ ਰਿਲੇਸ਼ਨ ਹੁੰਦਾ ਨਾ, ਆਪਾਂ ਪੜ੍ਹਿਆ ਵੀ ਲੀਨੀਅਰ ਐਸਲਰੇਸ਼ਨ ਅਤੇ ਐਂਗੂਲਰ ਐਸਲਰੇਸ਼ਨ ਦਾ ਰਿਲੇਸ਼ਨ ਇਹ ਹੁੰਦਾ। ਤਾਂ ਹਰ ਇੱਕ ਪਾਰਟੀਕਲ ਲਈ ਇਹ ਚੀਜ਼ ਹੋਊਗੀ। ਠੀਕ ਹੈ, ਤਾਂ fi ਫੋਰਸ ਕੱਢਾਂਗੇ ਤਾਂ mai ਹੁੰਦੀ ਹੈ, mai ਤਾਂ mi ri ਐਲਫਾ ਆ ਗਿਆ ਇਹਦਾ। ਅਤੇ ਟਾਰਕ ਆਪਾਂ ਨੂੰ ਪਤਾ ਕਾਹਦੇ ਬਰਾਬਰ ਹੁੰਦਾ, ਕਿਸੇ ਵੀ ਪਾਰਟੀਕਲ ਦਾ ਟਾਰਕ, ਕਿਸੇ ith ਪਾਰਟੀਕਲ ਦਾ ਟਾਰਕ ਕਾਹਦੇ ਬਰਾਬਰ ਹੋਊਗਾ, ri fi ਦੀ, ri ਉਵੇਂ ਅਤੇ fi ਦੀ ਵੈਲਿਊ ਪੁੱਟ ਕਰਤੀ ਮੈਂ। ਤਾਂ ਮੇਰੇ ਕੋਲ ri ਸਕੇਅਰ ਐਲਫਾ ਆ ਗਿਆ, ਇਹਦੀ ਵੈਲਿਊ i ਐਲਫਾ ਆ ਗਿਆ। ਮਤਲਬ ਕਿ ਮੇਰੇ ਕੋਲ ਜਿਹੜਾ ਟਾਰਕ, ਅੱਛਾ i ਐਲਫਾ ਕਿਵੇਂ ਆਊਗਾ, ਜਦੋਂ ਆਪਾਂ ਇੱਥੇ ਨਹੀਂ ਆਪਾਂ ਲਿਖਾਂਗੇ, ਇੱਥੇ ਆਪਣੇ ਕੋਲ ਵੈਲਿਊ ਆ ਬਣ ਗਈ। ਅਤੇ ਟਾਰਕ ਜਿਹੜਾ ਟੋਟਲ ਟਾਰਕ ਸੀਗਾ ਉਹ ਸਮੀਸ਼ਨ ਆਫ i ਇਕਵਲਸ ਟੂ 1n, ਟਾਰਕ i ਦੇ ਬਰਾਬਰ ਹੋਊਗਾ। ਅਤੇ ਮਤਲਬ ਸਮੀਸ਼ਨ ਆਫ i ਇਕਵਲਸ ਟੂ n mi ri ਦੀ ਸਕੇਅਰ ਐਲਫਾ। ਅਤੇ ਇਹਦੀ ਵੈਲਿਊ ਆਪਣੇ ਕੋਲ i ਹੈ ਨਾਲ ਐਲਫਾ, ਮਤਲਬ ਕਿ ਮੇਰੇ ਕੋਲ ਜਿਹੜੇ ਟਾਰਕ ਦੀ ਵੈਲਿਊ ਕੀ ਆ ਗਈ, ਟਾਰਕ ਦੀ ਵੈਲਿਊ i ਐਲਫਾ ਆ ਗਈ। ਟਾਰਕ ਦੇਖੋ ਜੇ ਇਹਨੂੰ ਆਪਾਂ ਇਸ ਨਾਲ ਜੇ ਲਿੰਕ ਕਰੀਏ, ਟਾਰਕ ਫੋਰਸ ਦੇ ਬਰਾਬਰ ਆ ਗਿਆ, ਮੂਵਮੈਂਟ ਆਫ ਇਨਰਸ਼ੀਆ ਮਾਸ ਦੀ, ਅਤੇ ਐਲਫਾ ਐਸਲਰੇਸ਼ਨ ਦੇ। ਠੀਕ ਹੈ, ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਵੀ ਲੀਨੀਅਰ ਦੇ ਵਿੱਚ ਜਿਹੜਾ m ਹੈਗਾ ਵਾ ਉਹ ਐਂਗੂਲਰ ਦੇ ਵਿੱਚ ਕੀ ਬਣ ਜਾਂਦਾ, ਮੂਵਮੈਂਟ ਆਫ ਇਨਰਸ਼ੀਆ ਬਣ ਜਾਂਦਾ। ਲੀਨੀਅਰ ਦੇ ਵਿੱਚ ਜੋ ਆਪਣੇ ਵੱਲ ਐਸਲਰੇਸ਼ਨ ਹੈ ਉਹ ਕੀ ਆ, ਇੱਥੇ ਐਂਗੂਲਰ ਐਸਲਰੇਸ਼ਨ ਬਣ ਜਾਂਦੀ ਹੈ। ਲੀਨੀਅਰ ਵਿੱਚ ਜੇ ਵੈਲੋਸਿਟੀ v ਹੈ ਤਾਂ ਓਮੇਗਾ ਬਣ ਜਾਂਦੀ ਆ। ਲੀਨੀਅਰ ਵਿੱਚ ਜੇ p ਹੈ, ਲੀਨੀਅਰ ਮੋਮੈਂਟਮ ਹੈ, ਤਾਂ ਐਂਗੂਲਰ ਵਿੱਚ ਕੀ ਬਣ ਜਾਂਦਾ ਵਾ, l ਬਣ ਜਾਂਦਾ ਵਾ। ਠੀਕ ਹੈ, ਇਹੀ ਚੀਜ਼ ਇਹਦੇ 'ਚ ਡਿਫਰੈਂਸ਼ੀਏਟ ਕੀਤੀ ਹੋਈ ਆ। okay, this is all about the motion of a rigid body and movement of inertia.